विपासा तीर पर थिरै गरीब निवाज चलत प्रवाह सवेग जल खरे देखवे काज दोहरा नदी विपासा तीर पर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਚਿਤ ਬਿਰਤੀਆਂ ਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਹਾਜ਼ਰ ਕਰਕੇ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗੀ ਜਨੋ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਦੀਵਾਨ ਆਰੰਭ ਹੋਏ। ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿ ਰਾਜ ਜੀ ਦਾ ਪਾਠ ਸਰਵਣ ਕੀਤਾ। ਉਪਰੰਤ ਬਹੁਤ ਹੀ ਸਤਿਕਾਰਯੋਗ ਕੀਰਤਨ ਜਥੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ। ਹੁਣ ਕੁਝ ਕੁ ਮਿੰਟ ਚੱਲ ਰਹੇ ਨਿਤਨੇਮ ਅਨੁਸਾਰ ਪਿਛਲੇ ਸਮੇਂ ਤੋਂ ਗੁਰੂ ਘਰ ਵਿਖੇ ਸ੍ਰੀ ਨਾਨਕ ਪ੍ਰਕਾਸ਼ ਤੋਂ ਉਪਰੰਤ ਸ੍ਰੀ ਗੁਰੂ ਪ੍ਰਤਾਪ ਸੂਰਜ ਦੀ ਕਥਾ ਚੱਲ ਰਹੀ ਹੈ। ਇਹ ਸਾਧ ਸੰਗਤ ਜੀ ਗ੍ਰੰਥ ਜੋ ਹੈ ਇਹ ਮਹਾਨ ਸਾਧ ਸੰਗਤ ਦੀ ਰਚਨਾ ਹੈ। ਸ਼੍ਰੋਮਣੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹਨਾਂ ਦੀ ਸਾਧ ਸੰਗਤ ਦੀ ਰਚਨਾ ਹੈ। ਇਹ ਮਹਾਨ ਵਿਦਵਾਨ ਸਨ। ਇਹ ਸਾਧ ਸੰਗਤ ਜੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ, ਜੋ ਸ੍ਰੀ ਦਰਬਾਰ ਸਾਹਿਬ ਦੇ ਮਹਾਰਾਜਾ ਰਣਜੀਤ ਸਿੰਘ ਵੇਲੇ ਹੈੱਡ ਗ੍ਰੰਥੀ ਸਨ। ਉਹਨਾਂ ਦੇ ਇਹ ਸਾਧ ਸੰਗਤ ਜੀ 54 ਵਿਦਿਆਰਥੀਆਂ ਵਿੱਚੋਂ ਇੱਕ ਸਨ। ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਦੀ ਕਾਵਿ ਰਚਨਾ ਐਸੀ ਹੈ ਕਿ ਮਹਾਨ ਹਨ। ਜਦੋਂ ਆਪਾਂ ਸਾਧ ਸੰਗਤ ਜੀ ਕਈ ਦਫਾ ਜਿਹੜੇ ਮਨਸਰੇ ਲੋਕ ਹਨ ਉਹ ਕਵੀ ਸਾਹਿਬ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਹਨ। ਜੇ ਸਾਡੇ ਕੋਲ ਇਹ ਵੀ ਗ੍ਰੰਥ ਨਾ ਹੋਵੇ ਤਾਂ ਸਾਡੇ ਕੋਲ ਕੁਛ ਵੀ ਨਹੀਂ ਹੈ, ਕਿਉਂਕਿ ਇਹਦੇ ਵਿੱਚ ਸਾਧ ਸੰਗਤ ਜੀ ਜਦੋਂ ਵੀ ਕੋਈ ਗ੍ਰੰਥ ਲਿਖੇਗਾ, ਸਿੱਖ ਇਤਿਹਾਸ ਲਿਖੇਗਾ, ਉਹ ਇਸ ਗ੍ਰੰਥ ਦੀ ਉਹਨੂੰ ਓਟ ਲੈਣੀ ਹੀ ਪਵੇਗੀ। ਜਿਤਨਾ ਮਰਜ਼ੀ ਸਾਧ ਸੰਗਤ ਜੀ ਉਹ ਵਿਦਵਾਨ ਹੋਵੇ, ਜਿਤਨਾ ਮਰਜ਼ੀ ਉਹ ਪੜ੍ਹਿਆ ਹੋਵੇ, ਉਸ ਨੂੰ ਇਸ ਗ੍ਰੰਥ ਦੀ ਓਟ ਲੈਣੀ ਪਵੇਗੀ। ਇਹ 1992 ਵਿੱਚ ਪੂਰਾ ਹੋਇਆ ਸੀ। ਇਹ ਸਾਧ ਸੰਗਤ ਜੀ ਮਹਾਨ ਰਚਨਾ ਹੈ। ਪਰ ਕੁਝ ਸਾਧ ਸੰਗਤ ਜੀ, ਚਲੋ ਕਈ ਵਾਰੀ ਸਾਧ ਸੰਗਤ ਜੀ ਵਿਦਵਾਨ ਜਿਹੜਾ ਵਿਦਿਆਰਥੀ ਹੈ, ਵਿਦਵਾਨ ਵਿਅਕਤੀ ਹੈ, ਉਸ ਨੂੰ ਜਿੱਥੇ ਸਾਧ ਸੰਗਤ ਜੀ ਗ੍ਰੰਥ ਲਿਖਦਾ ਹੈ, ਉਸ ਦੀਆਂ ਕਈ ਵਾਰੀ ਸਾਧ ਸੰਗਤ ਜੀ ਜ਼ਿੰਮੇਵਾਰੀਆਂ ਐਸੀਆਂ ਹੋ ਜਾਂਦੀਆਂ, ਮਜਬੂਰੀਆਂ ਐਸੀਆਂ ਹੋ ਜਾਂਦੀਆਂ, ਕੋਈ ਸਾਧ ਸੰਗਤ ਜੀ ਬਾਅਦ ਘਾਟ ਐਸੇ ਸਵਈਏ ਕਵਿਤ ਲਿਖਣੇ ਪੈ ਜਾਂਦੇ ਹਨ। ਕਿਉਂਕਿ ਸਾਡੀ ਬੁੱਧੀ ਇਹ ਚਾਹੀਦੀ ਹੈ ਕਿ ਜਿਸ ਤਰ੍ਹਾਂ ਹੰਸ ਹੈ, ਉਹ ਸਤ ਸੰਗੀ ਜਨੋ ਉਸ ਦੇ ਅੱਗੇ ਦੁੱਧ ਰੱਖ ਦਿਓ। ਉਹ ਦੁੱਧ ਜਦੋਂ ਚੁੰਝ ਮਾਰੇਗਾ, ਦੁੱਧ ਪਾਸੇ ਹੋ ਜਾਵੇਗਾ ਤੇ ਪਾਣੀ ਪਾਸੇ ਹੋ ਜਾਵੇਗਾ। ਉਹ ਦੁੱਧ ਨੂੰ ਖਾ ਲਵੇਗਾ ਤੇ ਪਾਣੀ ਨੂੰ ਛੱਡ ਦੇਵੇਗਾ। ਜੇ ਕੋਈ ਐਸੀ ਸਾਧ ਸੰਗਤ ਜੀ ਘਟਨਾ ਹੈ ਤਾਂ ਉਸ ਨੂੰ ਸਾਧ ਸੰਗਤ ਜੀ ਇਹ ਨਾ ਕਿ ਉਹਦੇ ਉੱਤੇ ਸਾਰੇ ਸਾਧ ਸੰਗਤ ਜੀ ਇਸ਼ਨਾਨ ਕੀਤਾ, ਉਹਦੇ ਉੱਤੇ ਤੁਸੀਂ ਸਵਾਹ ਛੱਡ ਦਿਓ, ਇਹ ਨਹੀਂ। ਜੇ ਉਸਨੇ ਮਹਾਨ ਸਾਧ ਸੰਗਤ ਜੀ ਰਚਨਾ ਰਚੀ ਹੈ, ਉਹਦੀ ਉਸ ਗਲਤੀ ਵੱਲ ਨਾ ਜਾਈਏ। ਜੇ ਉਹਨਾਂ ਦੀ ਦੇਣ ਬੜੀ ਹੈ। ਆ ਪਿੱਛੇ ਸਾਧ ਸੰਗਤ ਜੀ ਕਲਗੀਧਰ ਸੱਚੇ ਪਾਤਸ਼ਾਹ ਦਾ ਆਪਾਂ ਸਾਰੇ ਸਿੱਖ ਜਗਤ ਗੁਰਪੁਰਬ ਮਨਾ ਕੇ ਹਟੇ ਹਾਂ। ਉਹਨਾਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਰੇ ਸਾਧ ਸੰਗਤ ਜੀ 2 ਸਵਈਏ ਐਸੇ ਲਿਖੇ ਹਨ। ਸਵਈਏ ਤਾਂ ਬਹੁਤ ਹਨ, ਮੈਂ ਉਹ 2 ਕਹਿ ਕੇ ਸਾਧ ਸੰਗਤ ਜੀ ਅੱਗੇ ਆਪਾਂ ਇਤਿਹਾਸ ਆਰੰਭ ਕਰਨਾ ਹੈ। ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਾਧ ਸੰਗਤ ਜੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹ ਲਿਖਦੇ ਨੇ ਹਰਗੋਬਿੰਦ ਨੰਦਨ ਨੰਦਨ ਕੋ ਅਬੰਦਨ ਕੈ ਪਾਜੀ ਅਰਵਿੰਦੂ ਦੁਖ ਦੰਦਨ ਕੰਦਨ ਆਨੰਦ ਕੰਦ ਮੁਕੰਦ ਫਿਲੰਦ ਕਰੇ ਜਨ ਹਿੰਦੂ ਤੁਰਕਿੰਦ ਉਡਿੰਦ ਦਨਿੰਦ ਤਨੈ ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ ਸਰਪਿੰਦ ਗਰਿੰਦ ਖਿੰਦ ਤਲਮ ਬਲਵੰਡ ਅਖੰਡ ਸੁਰਿੰਦੈ।
ਕਿ हे ਗੁਰੂ ਕਲਗੀਧਰ ਸੱਚੇ ਪਾਤਸ਼ਾਹ, हे ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੇਰਾ ਨੰਦਨ, ਨੰਦਨ ਦਾ ਤੇ ਪੁੱਤਰ ਤੇਰਾ ਨੰਦਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਗਰ ਦੁਨੀਆ ਵਿੱਚੋਂ ਨਾ ਅਵਤਾਰ ਧਾਰਦੇ ਤਾਂ ਹਿੰਦੂ ਜਿਹੜੇ ਲੋਕ ਸਨ ਉਹਨਾਂ ਦੀ ਸਾਧ ਸੰਗਤ ਦੀ ਦਸ਼ਾ ਹੀ ਹੋਰ ਹੋਣੀ ਸੀ। ਦੂਸਰੇ ਨਾਲੇ ਵਿੱਚ ਸਾਧ ਸੰਗਤ ਜੀ ਲਿਖਿਆ, ਸ਼ਾਇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, होती कुटिलता तेबन कुरान की, पाप परपक जाते धर्म तसक जाते वर्ण गर्क जाते सहज बताने की, देवी देव देह रे संतोख सिंगा दूर होते रीत मिट जाती कथा वेदन प्राण की, श्री गुरु गोविंद सिंह पावन परम सूर, सूर तरह होती जो पे कर्ण अंकान की। साध संगत जी महान विद्वान सन, इस करके साध संगत जी उन्होंने सजदा है, वो महान हन, प्रणाम पूजन योग सन, उन्होंने ये रचना है। कल के प्रसंग में आप जी ने सरवण किया सी कि धन धन श्री गुरु हरगोबिंद साहब सच्चे पातशाह जी करतारपुर में विराजे हुए। पहला जंग साध संगत जी श्री ਅੰਮ੍ਰਿਤਸਰ ਸਾਹਿਬ ਦਾ ਲੋਹਗੜ੍ਹ ਕਿਲੇ ਵਿੱਚ ਹੋਇਆ। ਇਹਨਾਂ ਨੂੰ 7000 ਫੌਜ ਸਾਧ ਸੰਗਤ ਜੀ ਚੜ੍ਹ ਕੇ ਆਈ, ਜਿਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ श्री गुरु हरगोबिंद साहब सच्चे पातशाह ਦੀ ਤਾਂਘ ਪੈ ਗਈ ਕਿ ਇੰਨੇ ਮਹਾਬਲੀ ਸੂਰਮੇ ਕਿ ਜਿਨ੍ਹਾਂ ਨੇ ਸਾਧ ਸੰਗਤ ਜੀ अपने लाहौर की फौज का मूँह तोड़ उतर दिता। ये सतगुरु सच्चे पातशाह अगे चमासा आया। हुण गुरु साहब जी चमासा कट्टण वास्ते साध संगत जी ब्यास दरिया के किसी ने कहा कि उत्थे कट्टो, किसी ने जिस तरह निहंग सिंह निहंगा सिंघां दीआं छौड़ियां, वो साध संगत जी घोड़े ज़्यादा हुंदे हन ते उन्हां नूं साध संगत जी समा कट्टण वास्ते वो अपने दलां दे किते ना किते मकाम करते हैं, किते ठहराव करते हैं। इस तरह श्री गुरु हरगोबिंद साहब सच्चे पातशाह चमासा कट्टण वास्ते ब्यास दरिया के उत्ते भाई बिधी चंद वर्गियां उन्होंने सलाह पुछदे हैं कि कित्थे ठहरीए। चमासा कट्टण वास्ते साध संगत जी सतगुरु सच्चे पातशाह जी रवेले पिंड के नेड़े आ गए। इत्थे सतगुरु सच्चे पातशाह ने ठहराव किया। उस जगह उच्ची जगह जाणिया कि इत्थे गारा नहीं है, इत्थे पानी नहीं खड़ा, इत्थे ब्यास दरिया नेड़े चलदा बड़ा सुंदर रमणीक एरिया है। इत्थे भाई बिधी चंद जी आपां 4 महीने कट्टिए ते अगे अगे तुरांगे। ये साध संगत जी प्रसंग आ रहा है कि इस प्रसंग में साध संगत जी गुरु साहब जी नाल ते जिहड़ी सिख संगतां हन उस इलाके के जिहड़े चौधरी हन बने हुए वो की बर्ताव करते हैं, वो साध संगत जी आ रहा है। आप चित बिरतियां नूं उजागर करो। एक दफा श्री गुरु हरगोबिंद साहब के चरणों नाल आपो अपने मनां नूं जोड़ के गज के आखो सतनाम श्री वाहिगुरू। सतनाम श्री वाहिगुरु जी दोहरा। नदी पिपासा तीर पार थिरै गरीब निवाज। धन गुरु हरगोबिंद साहब सच्चे पातशाह नदी जिहड़ी है दरिया है पिपासा नाम साध संगत जी वो इहदे नाल पिपासा दरिया तां पिया है कि जिहड़े वशिष्ठ जी सन उन्होंने साध संगत जी फाही लै करके इहदे छाल मार दी सी। पिपासा सी उहदी फाही तोड़ दी। पासा कहते ने फाही नूं उन्होंने पिपासा पै गया। पिपासे तो साध संगत जी ब्यास दरिया बन गया। ब्यास दरिया के नदी के किनारे सतगुरु सच्चे पातशाह ने स्थिर होकर के चलत प्रवाह सवेग जल खरे देखवे काज। गुरु हरगोबिंद साहब सच्चे पातशाह साध संगत जी बड़ा सुंदर ब्यास दरिया का प्रवाह चल रहा है, पानी बड़ा सुंदर है। गुरु साहब जी इस किनारे ते खड़ के देखते हैं। चौपई देश जो दुआबे को तट नीवा। साध संगत जी दुआबे का देश सी, ਇਹਦਾ ਤਟ ਜਿਹੜਾ ਕਿਨਾਰਾ ਸੀ ਬੜਾ ਨੀਵਾਂ ਸੀ। ਮਦਰ ਦੇਸ਼ ਤਟ ਉੱਚੋ ਥੀਵਾ। ਦੂਸਰਾ ਪਾਸਾ ਸਾਧ ਸੰਗਤ ਜੀ ਜਿਹੜਾ ਤਟ ਸੀ ਆਪਣਾ ਉੱਚਾ ਸੀ, ਇੱਕ ਪਾਸਾ ਨੀਵਾਂ ਸੀ ਤੇ ਇੱਕ ਪਾਸਾ ਉੱਚਾ ਸੀ। ਕਾਂਤ ਵਿਭਾਗ ਪ੍ਰਵਾਹ ਚਲੰਤਾ। ਇੱਥੇ ਸਾਧ ਸੰਗਤ ਜਿਹੜਾ ਇੱਕ ਪਾਸਾ ਜਿਹੜਾ ਦੁਆਬੇ ਵਾਲਾ ਪਾਸਾ ਸੀ ਉਹ ਨੀਵਾਂ ਸੀ, ਜਿਹੜਾ ਆਪਣੇ ਮਾਝੇ ਵਾਲਾ ਪਾਸਾ ਸੀ ਉਹ ਉੱਚਾ ਸੀ। ਇਹ ਦਰਿਆ ਦੇ ਇੱਥੇ 2 ਸਾਧ ਸੰਗਤ ਜੀ ਹਿੱਸੇ ਬਣੇ ਹੋਏ ਸਨ। ऐसा सुंदर चल रहा सी। दोहे दिश तट दवै देश करंता। कहते दोहे दिशा जिहड़ियां सन इहदे 2 जिस तरह देश हुंदे हन इस तरह साध संगत जी ब्यास दरिया चलदा है। क्यों एक पासा नीवा है एक पासा उच्चा है। एक पासे साध संगत जी वो नीवें थां पानी चलदा है,
ਤੇ ਇੱਕ ਪਾਸੇ ਉੱਚੇ ਥਾਂ ਚੱਲਣੇ ਕਰਕੇ ਐ ਪ੍ਰਤੀਤ ਹੋਇਆ ਜਿਸ ਤਰ੍ਹਾਂ ਦੋ ਦੇਸ਼ ਹੁੰਦੇ ਹਨ। तीर पार को ऊंचे हेरे ਕਹਿੰਦੇ ਉਸ ਤੀਰ ਸਾਧ ਸੰਗੀ ਪਾਰ ਕਰਕੇ ਉੱਥੇ ਸਤਿਗੁਰੂ ਦੇ ਪਾਤਸ਼ਾਹ ਉੱਚੀ ਜਗ੍ਹਾ ਦੇਖਣਾ ਕੀਤੀ। केवट आवा तार तिस बेरे ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਜਦੋਂ ਦੇਖਿਆ ਕਿਨਾਰੇ ਤੇ ਖੜਿਆਂ ਨੂੰ ਤਾਂ ਜਿਹੜੇ ਕੇਵਟ ਸਨ, ਮਲਾਹ ਸਨ, ਉਹ ਗੁਰੂ ਸਾਹਿਬ ਦੇ ਪਾਸ ਆ ਗਏ। नौका घन को तूरन ले आए ਲੋਕਾਂ ਨਾਮ ਜਿਹੜੇ ਮਲਾਹ ਸਨ ਉਹਨਾਂ ਨੇ ਦੇਖਿਆ ਕਿ ਫੌਜ ਨੂੰ ਪਾਰ ਕਰਨਾ ਹੈ। ਇੱਕਦਮ ਸਾਧ ਸੰਜੀ ਬੇੜੀਆਂ ਲੈ ਕਰਕੇ ਮਲਾਹ ਆ ਗਏ। हाथ बांध बिन अलाए ਹੱਥ ਜੋੜ ਕਰਕੇ ਜਿਹੜੇ ਮਲਾਹ ਸਨ ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ ਬੇਨਤੀ ਕੀਤੀ। चढ़ तरनी पर पार परे है ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਘੋੜਿਆਂ ਦੇ ਸਮੇਤ ਜਿਹੜੀਆਂ ਬੇੜੀਆਂ ਸਨ ਵੱਡੀਆਂ ਵੱਡੀਆਂ ਆਪਣੀ ਫੌਜ ਦੇ ਸਮੇਤ ਬਿਆਸ ਦਰਿਆ ਨੂੰ ਪਾਰ ਕੀਤਾ। ताज ऊंचे पर जाए खड़े ਦੇਖੋ हैं ਜਦੋਂ ਪਾਰ ਹੋ ਕਰਕੇ ਸਤਿਗੁਰੂ ਜੀ ਪਾਤਸ਼ਾਹ ਜੀ ਤਟ ਨਾਮ ਕਿਨਾਰੇ ਦਾ ਉਸ ਕਿਨਾਰੇ ਦੇ ਜਿਹੜੀ ਉੱਚੀ ਜਗ੍ਹਾ ਸੀ ਉਹਦੇ ਉੱਤੇ ਜਾ ਕੇ ਖੜ ਗਏ। अबर सुबट जे हैं समुदाय ਹਾਂ ਜਿੱਥੇ ਸਤਿਗੁਰੂ ਜੀ ਪਾਤਸ਼ਾਹ ਨਾਲ ਹੋਰ ਵੀ ਸੂਰਮੇ ਸਨ ਘੋੜਿਆਂ ਦੇ ਸਮੇਤ। करे पार सब तरी चढ़ाए ਹਾਂ ਸਾਰੇ ਜਿਤਨੇ ਵੀ ਤਰੀ ਨਾਮ ਬੇੜੀ ਦਾ ਹੈ ਬੇੜੀ ਦੇ ਉੱਤੇ ਸਾਧ ਸੰਗੀ ਸਾਰੇ ਸੂਰਮੇ ਚੜ ਕਰਕੇ ਪਾਰ ਹੋ ਗਏ। है आरो गुरु तै फिरे ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਵੀ ਸਾਧ ਸੰਗੀ ਉਸ ਬੇੜੀ ਦੇ ਉੱਤੇ ਸਵਾਰ ਹੋ ਕਰਕੇ ਪਾਰ ਹੋਏ। जो दिसते थल देखन करे ਹਾਂ ਚਾਰੇ ਦਿਸ਼ਾ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਬਰਸਾਤ ਦੇ ਜਿਹੜੇ ਮਹੀਨੇ ਸਨ ਉੱਥੇ ਕੱਟਣ ਵਾਸਤੇ ਚਾਰੇ ਦਿਸ਼ਾ ਨੂੰ ਦੇਖਣਾ ਕੀਤਾ। सत्ता तट पर ऊंचो थे ਹਾਂ ਸਤਲੁਜ ਜਿਹੜੀ ਨਦੀ ਹੈ ਬਿਆਸ ਦਰਿਆ ਹੈ ਇਹਦੇ ਕਿਨਾਰੇ ਉੱਤੇ ਜਿਹੜਾ ਇੱਕ ਥੇ ਸੀ ਜਿਹੜਾ ਉੱਚੀ ਜਗ੍ਹਾ ਸੀ। लहदे बहु बहार को दे ਹਾਂ ਜਿੱਥੇ ਸਾਧ ਸੰਗੀ ਬਹੁਤ ਹਵਾ ਬੜੀ ਸੁੰਦਰ ਆ ਰਹੀ ਹੈ। ਬਹਾਰ ਨਾਮ ਹਵਾ ਦਾ ਹੈ। ਬਹੁਤ ਸੁੰਦਰ ਹਵਾ ਆ ਰਹੀ ਹੈ। बड़ी सुंदरता है, रमणीक जगह है। एक दिश बसे लोग कुछ थोड़े हाँ एक दिशा एक पासे साथ संगी जी थोड़े थोड़े लोग भी बसते हैं अपने अपने मकान बना के। अपर थे सुनो त्रै ओरे हाँ बाकी जितना वो थे है क्योंकि पहला इतने कोई नगर बसिया होया सी उत्थे थे हो चुका सी जिथे धन गुरु हरगोबिंद साहब जी पातशाह जी खड़े हैं। कुछ लोग बसते हैं ते कुछ साथ संगी खाली जगह पई है। होय के बसन उचित लख थाना इत्थे धन गुरु हरगोबिंद साहब जी पातशाह ने ये चमासा कट्टण दी जिहड़ी जगह सी बहुत चंगी जानी कि ये जगह बड़ी सुंदर है। हृदय मनोरथ एव उठाना हाँ इस तरह धन गुरु हरगोबिंद साहब जी पातशाह ने अपने हृदय का मनोरथ उठाना कीता। डेरा किसी थे पर कीनो हाँ उस थे दे उत्ते धन गुरु हरगोबिंद साहब जी पातशाह ने डेरा करना कीता। व्यक्त विपासा जल शुभ कीनो हाँ वो विपासा इकता क्योंकि जिन्ने भी तुम साध संगत जी साधु महात्मा गुरु साहब जी ने हमेशा ही साध संगत पानी के किनारे ही उन्होंने अपने डेरे रखे। क्यों पानी एक तो साध संगत लोड़ हुंदी है एक पानी के नेड़े साध संगत सुंदरता बड़ी हुंदी है ते पानी एक जगह में स्वच्छ रखता है। क्योंकि धन गुरु सच्चे पातशाह ने वचन भी किया पौन गुरु पानी पिता। पानी पिता रूप है। जितने भी महात्मा चाहो पिछले युगों में ले लो नदियों के किनारे ही उन्होंने साध संगत अपने डेरे किए हैं। धन गुरु हरगोबिंद साहब सतगुरु सच्चे पातशाह जी ने इस ब्यास दरिया के नेड़े सुंदरता जान करके इत्थे डेरा करना चाहा। उतरे दल सब गुर को आए हाँ धन गुरु हरगोबिंद साहब जी पातशाह जो दल सी सूरमे सन सारा उतरिया ब्यास दरिया के किनारे। जह कै तंबू दिए लगाए हाँ जिथे किथे सारे ने अपने अपने तंबू डाल दिते। सुध पाई नर जे सब ग्राम हाँ सारे जितने भी नेड़े साध संगी संगत सी जिहड़े शरधावान सी जदों उन्हां नूं पता लगा कि गुरु हरगोबिंद साहब सतगुरु गरीब निवास जी पातशाह ने साडे नेड़े उतारा कीता है उन्हां दे दल दा। आए दर्श कीन अबराम हाँ सारे अबरामू नाम सुंदर श्री गुरु हरगोबिंद साहब जी पातशाह दे साथ संगी दर्शन आके कीते। जदों आम जितनी संगत सी श्रद्धालु सन उन्हां नूं पता लगा कि गुरु हरगोबिंद साहब जी साडे नगर दे नेड़े आए हन
ਸਾਰਿਆਂ ਨੇ ਸਤਸੰਗੀ ਜਨੋਂ ਆ ਕੇ ਦਰਸ਼ਨ ਕੀਤੇ। ਦੇਖ ਦੇਖ ਗਵਨੇ ਨਿਜ ਧੰਮ, ਹਾਂ ਦੇਖ ਦੇਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ। ਕਹਾਂ ਬਸ ਇੱਕ ਘੇਰੜ ਨਾਮ, ਉੱਥੇ ਸਾਧ ਸੰਗਤ ਉਸ ਨਗਰ ਦੇ ਵਿੱਚ ਰੋਲੇ ਪਿੰਡ ਵਿੱਚ ਇੱਕ ਘੇਰੜ ਖੱਤਰੀ ਬਸਦਾ ਸੀ। ਇਹੋ ਮਾਲਕੀ ਧਾਰਤ ਸੋ, ਉਹ ਇਸ ਥੇ ਦੀ ਜਿਹੜੀ ਥੇ ਵਾਲੀ ਜਗ੍ਹਾ ਸੀ ਉਹਦੀ ਮਾਲਕੀ ਉਸਨੇ ਧਾਰੀ ਕਿ ਮੇਰਾ ਥਾਂ ਹੈ ਇਹ ਥੇ ਦੇ ਉੱਤੇ ਮੱਲੋ ਮੱਲੀ ਮਾਲਕ ਬਣ ਕੇ ਬੈਠਾ ਸੀ। ਕੀ ਆ ਗਿਆ ਮਹਿ ਸਭ ਕੋ, ਹਾਂ ਉਸਨੇ ਜਾ ਕਰਕੇ ਕਿਸੇ ਨੇ ਆ ਕਰਕੇ ਸੁਨੀ ਕਾਨ ਮੈਂ ਸੁਧ ਗੁਰ ਆਏ, ਉਸਨੇ ਸਾਧ ਕਿਸੇ ਕੀ ਆਗਿਆ ਮੈਂ ਸਭ ਕੋ, ਕਹਿੰਦੇ ਉਹਦੀ ਆਗਿਆ ਵਿੱਚ ਸਾਰੇ ਸਨ। ਉਹਦੇ ਇਹ ਜਿਹੜਾ ਘੇਰੜ ਖੱਤਰੀ ਸੀ ਉਹਦੀ ਆਗਿਆ ਵਿੱਚ ਸਾਰੇ ਚੱਲਦੇ ਸਨ ਲੋਕ। ਉਹਨੂੰ ਪਤਾ ਲੱਗ ਗਿਆ ਘੇਰੜ ਖੱਤਰੀ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਜਿਹੜੇ ਗੜ ਭੰਜਨ ਗੁਰ ਸੂਰਮਾ ਬਹੁਤ ਯੋਧਾ ਬੜ ਪਰਉਪਕਾਰੀ, ਉਹ ਨਹੀਂ ਸੀ ਇਸ ਤਰ੍ਹਾਂ। ਉਹਦਾ ਸਾਧ ਸੰਗੀ ਸਰਕਾਰ ਦਾ ਏਜੰਟ ਸੀ, ਉਹ ਤਾਂ ਸਰਕਾਰੀਆ ਸੀ। ਉਹ ਈਰਖਾ ਦੇ ਨਾਲ ਉਸ ਨੂੰ ਪਤਾ ਲੱਗਿਆ, ਉਹਦੇ ਮਨ ਵਿੱਚ ਈਰਖਾ ਆ ਗਈ। ਉੱਚੇ ਥਲ ਡੇਰੇ ਸਭ ਪਾਏ, ਹਾਂ ਕਹਿਣ ਲੱਗਾ ਇਸਨੇ ਮੇਰਾ ਥੇ ਹੈ, ਹਮਰੀ ਭੂਮ ਕੌਣ ਪਕਾਲੇ ਪੈਰ, ਕਿ ਮੇਰੀ ਧਰਤੀ ਉੱਤੇ ਕੌਣ ਪੈਰ ਰੱਖ ਦੇਵੇਗਾ। ਇਹ ਤਾਂ ਹੰਕਾਰੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉੱਚੀ ਜਗ੍ਹਾ ਦੇਖ ਕਰਕੇ ਡੇਰਾ ਕਰ ਲਿਆ। ਸੰਸੇ ਭਇਓ ਵਿਸਾਰ ਦੇ ਤੇ, ਇਹਦੇ ਮਨ ਵਿੱਚ ਸਾਧ ਸੰਗੀ ਸੰਸਾ ਹੋ ਗਿਆ। ਕਿਹੜਾ ਸੰਸਾ ਹੋਇਆ? ਬਲਕੀ ਬਾਤ ਕਰਦੇ ਅਛੈ ਇਹ ਮਨ ਵਿੱਚ ਇਹ ਸੋਚਦਾ ਹੈ, ਇਹਦੇ ਮਨ ਵਿੱਚ ਸੰਸਾ ਇਹ ਹੋਇਆ ਕਿ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਬਲ ਕੀਤਾ, ਇਹ ਤਾਂ ਸੀਨਾ ਜੋਰੀ ਕੀਤੀ ਹੈ। ਮੇਰੇ ਥੇ ਦੇ ਉੱਤੇ ਜਿੱਥੇ ਮੇਰੀ ਮਲਕੀਤ ਹੈ ਉਹਦੇ ਉੱਤੇ ਆ ਕੇ ਮੱਲੋ ਮੱਲੀ ਕਬਜ਼ਾ ਕਰ ਲਿਆ। ਸ਼ਾਹ ਜਹਾਂ ਤੇ ਤਰਾਸ ਨਾ ਧਾਰਾ, ਇਹ ਆਪਣੇ ਮਨ ਵਿੱਚ ਇਹ ਕਹਿ ਰਿਹਾ ਕਿ ਸ਼ਾਹਜਹਾਨ ਤੋਂ ਇਸਨੇ ਡਰ ਨਹੀਂ ਧਾਰਿਆ। ਸ਼ਾਹਜਹਾਨ ਜੋ ਚੱਕਰਵਰਤੀ ਬਾਦਸ਼ਾਹ ਹੈ ਉਹ ਤੇ ਇਸਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਡਰ ਨਹੀਂ ਧਾਰਿਆ, ਉਹਦੇ ਨਾਲ ਜੰਗ ਕੀਤਾ। ਲਸ਼ਕਰ ਰਣ ਮਹਿ ਮਾਰਾ, ਲਸ਼ਕਰ ਬਹੁਤ ਸਾਰਾ ਆਪਣੇ ਜਿਹੜਾ ਮੈਦਾਨੇ ਜੰਗ ਸੀ ਉਹਦੇ ਬਹੁਤ ਸ਼ਾਹਜਹਾਨ ਦਾ ਲਸ਼ਕਰ ਦੀ ਫੌਜ ਮਾਰ ਦਿੱਤੀ। ਇਹ ਨ ਕਰੇ ਕਛਕ ਉਤਪਾਤਾ, ਕਹਿਣ ਲੱਗੇ ਇੱਥੇ ਵੀ ਨਾ ਕਿਤੇ ਕੋਈ ਉਤਪਾਤਾ ਕੋਈ ਐਸਾ ਪੱਧਰ ਨਾ ਕਰ ਦੇਵੇ ਕਿ ਇੱਥੇ ਵੀ ਲੜਾਈ ਹੋਵੇ। ਆਇਓ ਕੌਣ ਕਾਜ ਕਿਆ ਜਾਤਾ, ਕਹਿੰਦੇ ਆਇਓ ਕੌਣ, ਕਹਿੰਦੇ ਇਸ ਨੂੰ ਕਾਜ ਕੀ ਹੈ ਜਿਹੜਾ ਕਿ ਥੇ ਦੇ ਉੱਤੇ ਕਬਜ਼ਾ ਕਰ ਲਿਆ। ਇਹ ਜਿਹੜਾ ਖੱਤਰੀ ਘੇਰੜ ਹੈ ਉਹ ਮਨ ਵਿੱਚ ਇਹ ਸੋਚ ਰਿਹਾ ਹੈ। ਏਵ ਵਿਚਾਰਤ ਮੂਰਖ ਆਵਾ, ਇਸ ਤਰ੍ਹਾਂ ਸਾਧ ਸੰਗਤ ਖੋਟੀ ਵਿਚਾਰ ਕਰਕੇ ਨਾ ਮੂਰਖ ਹੈ ਇਹ ਘੇਰੜ। ਇਹ ਗੁਰੂ ਸਾਹਿਬ ਦੇ ਪਾਸ ਆਇਆ, ਜਿਸ ਕੋ ਕਾਲ ਹੋਣ ਨੀਰਾਵਾ। ਹਾਂ ਕਵੀ ਵੀ ਕਹਿੰਦੇ ਜਿਹਦਾ ਕਾਲ ਨੇੜੇ ਆਇਆ ਹੋਇਆ ਹੈ। ਕਹਿੰਦੇ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸੋ ਬਾਦ ਉਠਰੀਏ। ਕਹਿੰਦੇ ਨਿੰਦਕ ਜਿਹੜਾ ਹੈ ਸਾਧ ਸੰਗਤ ਜੀ ਉਹ ਗੁਰੂ ਦੀ ਉਦੋਂ ਸਾਧ ਸੰਗਤ ਨਿੰਦਿਆ ਕਰੇਗਾ ਜਦੋਂ ਦਾ ਕਾਲ ਨੇੜੇ ਆ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਨੇ ਸਾਧ ਸੰਗਤ ਗੁਰਬਾਣੀ ਨੇ ਅਟਲ ਫੈਸਲੇ ਕੀਤੇ ਹਨ। ਕਹਿੰਦੇ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸੋ ਬਾਦ ਉਠਰੀਏ। ਕਹਿੰਦੇ ਹਰੀ ਦੇ ਜਨ ਦੇ ਨਾਲ ਉਦੋਂ ਸਾਧ ਸੰਗਤ ਬਾਤ ਝਗੜਾ ਕਰਦਾ ਹੈ ਜਦੋਂ ਉਹਦਾ ਕਾਲ ਨੇੜੇ ਆ ਜਾਂਦਾ। ਇਹ ਜਿਹੜਾ ਘੇਰੜ ਖੱਤਰੀ ਹੈ ਇਹਦਾ ਵੀ ਕਾਲ ਨੇੜੇ ਆ ਗਿਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ ਸਾਧ ਸੰਗਤ ਅਣਹੋਣਾ ਹੀ ਬੈਰ ਛੇੜਨ ਲੱਗਾ। ਆ ਗਏ ਗੁਰ ਢਿਗਲ ਗਿਓ ਦੀਵਾਨ, ਹਾਂ ਕਹਿੰਦੇ ਜਦੋਂ ਇਹ ਸਾਧ ਸੰਗਤ ਆਇਆ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਹੈ। ਸੂਰਮੇ ਸਨੱਧਬੱਧ ਤਿਆਰ ਪ੍ਰਤਿਆਰ ਹਨ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਕੋਈ ਬਾਣੀ ਪੜ੍ਹ ਰਿਹਾ ਹੈ, ਕੋਈ ਸਾਧ ਸੰਗਤ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਕੋਈ ਘੋੜਿਆਂ ਨਿਹਾਰੀ ਪਾ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਕੋਈ ਸਾਧ ਸੰਗਤ ਕਸਰਤ ਕਰ ਰਿਹਾ ਹੈ, ਕੋਈ ਸ਼ਾਸਤਰ ਵਿਦਿਆ ਦਾ ਅਭਿਆਸ ਕਰ ਰਿਹਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਜਿਹੜੇ ਜੰਗੀ ਜਰਨੈਲ ਹਨ ਉਹ ਅਭਿਆਸ ਕਰ ਰਹੇ ਹਨ। ਬੈਠੇ ਸੁਭਟ ਥਿਰੇ ਸਵਧਾਨ, ਹਾਂ ਕਹਿੰਦੇ ਜਿਹੜੇ ਸੁਭਟ ਨਾਮ ਸੂਰਮੇ ਹਨ ਕੁਝ ਬੈਠੇ ਹਨ, ਕੋਈ ਸਾਵਧਾਨ ਖੜੇ ਹਨ, ਸ਼ਸਤਰ ਵਸਤਰ ਤਿਆਰ ਪ੍ਰਤਿਆਰ ਹੋ ਕੇ। ਘੇਰੜ ਉਰ ਗਰਬਤ ਚਲ ਆਇਓ, ਇਹ ਘੇਰੜ ਖੱਤਰੀ ਸਾਧ ਸੰਗਤ ਔਰ ਨਾਮ ਹਿਰਦੇ ਵਿੱਚ ਹੰਕਾਰ ਧਾਰ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਜਰਿਓ ਹੀਰ ਮੂਰਖ ਦੁਖ ਪਾਇਆ। ਹਾਂ ਕਹਿੰਦੇ ਇਸਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ ਜਲੌ ਦੇਖਿਆ ਇਹ ਜਰਿਓ ਇੰਦਰੋਂ ਸੜ ਵੜ ਗਿਆ, ਇਹਨੂੰ ਅੱਗ ਲੱਗ ਗਈ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਲੋਕਾਂ ਦਾ ਸਾਧ ਸੰਗਤ ਸ਼ਾਂਤ ਪਾਈ। ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਾ ਤੂਰੇ, ਤਾਪ ਪਾਪ ਸੰਤਾਪ ਨਾਸੇ, ਹਰ ਸਿਮਰਤ ਕੇ ਲੋਕ ਸਭ ਨਾਸੇ।
ਅੰਧ ਕਰੈ ਮਨ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਸ ਸਵਾਰੀ। ਜਿਹੜੀ ਸ਼ਰਧਾ ਵਾਲੇ ਸਨ ਉਹਨਾਂ ਦਾ ਤਾਂ ਹਿਰਦੇ ਵਿੱਚ ਸ਼ਾਂਤੀ ਆਈ, ਉਹਨਾਂ ਦਾ ਸ਼ਾਂਤ ਹੋਏ। ਜਿਹੜਾ ਇਹ ਸਾਧ ਸੰਗੀ ਨਿੰਦਕ ਸੀ, ਇਹਦੇ ਸਾਧ ਸੰਗ ਇਹਦਾ ਹਿਰਦਾ ਸੜ ਵੜ ਗਿਆ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਛੀ ਰੀਤ ਨਾ ਬੰਧਨ ਕੀਨੀ। ਹਾਂ, ਕਹਿਣ ਲੱਗੇ ਆਛੀ ਰੀਤ ਨਾ ਬੰਧਨ ਕੀਨੀ। ਇਸ ਨੇ ਇਹ ਨਹੀਂ ਕਿ ਮੈਂ ਗੁਰੂ ਸਾਹਿਬ ਨੂੰ ਜਾ ਕਰਕੇ ਨਮਸਕਾਰ ਕਰਾਂ, ਇਹ ਨਹੀਂ ਕੀਤੀ। ਜਾ ਕਰਕੇ ਹੰਕਾਰ ਦੇ ਸਹਿਤ ਨਹੀਂ ਉਪਾਇਨ ਆਗੇ ਦੀਨੀ। ਨਾ ਕੋਈ ਗੁਰੂ ਸਾਹਿਬ ਨੂੰ ਸਾਧ ਸੰਗੀ ਉਪਾਇਨ ਨਾ ਭੇਟਾ ਧਰੀ, ਕਿਉਂਕਿ ਇਹਦੇ ਮਨ ਵਿੱਚ ਹੰਕਾਰ ਸੀ। ਬੂਝਣ ਲੱਗਿਓ ਸੋ ਕਾਰਜ ਕੌਣ। ਹਾਂ, ਕਹਿਣ ਲੱਗਾ, ਹੁਣ ਪੁੱਛਣ ਲੱਗਾ। ਇਸ ਨੇ ਪਹਿਲਾ ਪ੍ਰਸ਼ਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਜਾ ਕੇ ਖੜ ਕੇ ਹੰਕਾਰ ਦੇ ਸਹਿਤ ਕਹਿਣ ਲੱਗਾ, ਕਿਹੜਾ ਕਾਰਜ ਹੈ ਤੁਹਾਨੂੰ ਇੱਥੇ ਆਉਣ ਦਾ? ਲਿਖੇ ਵਰਖਾ ਮੈਂ ਤਜ ਭਾਉਨ। ਹਾਂ, ਕਹਿੰਦੇ ਆਪਣੇ ਘਰ ਤੇ ਆ ਕਰਕੇ ਲੋਕ ਤਾਂ ਮੀਂਹ ਦੇ ਵਿੱਚ ਘਰੀ ਬਹਿੰਦੇ ਹਨ ਆਪਣੇ ਆਪਣੇ ਘਰਾਂ ਵਿੱਚ, ਤੁਸੀਂ ਬਾਹਰ ਨਿਕਲ ਕੇ ਫਿਰਦੇ ਘੋੜੇ ਲੈ ਕੇ। ਇਸ ਨੇ ਸਾਧ ਸੰਗੀ ਹੰਕਾਰ ਦੇ ਸਹਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਲਾ ਪ੍ਰਸ਼ਨ ਕੀਤਾ। ਕਹਿਣ ਲੱਗੇ, ਤੁਹਾਨੂੰ ਕਿਹੜਾ ਕਾਰਜ ਹੈ ਕਿ ਲੋਕ ਤਾਂ ਮੀਂਹ ਦੇ ਵਿੱਚ ਆਪਣੇ ਆਪਣੇ ਘਰਾਂ ਵਿੱਚ ਬੈਠੇ ਹੋ, ਤੁਸੀਂ ਬਾਹਰ ਕਿਉਂ ਫਿਰ ਰਹੇ ਹੋ? ਗੁਰੂ ਕਹਿਓ ਥਲ ਊਚ ਨਿਹਾਰਾ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ, ਹੇ ਘਿਰੜ, ਅਸੀਂ ਉੱਚੀ ਜਗ੍ਹਾ ਦੇਖ ਕਰਕੇ, ਇਹ ਸੁੰਦਰ ਜਗ੍ਹਾ ਹੈ, ਇਸ ਜਗ੍ਹਾ ਨੂੰ ਦੇਖ ਕਰਕੇ, ਸੁੰਦਰ ਜਗ੍ਹਾ ਨੂੰ, ਰਮਣੀਕ ਜਗ੍ਹਾ ਦੇਖ ਕੇ ਕਰੇ ਪ੍ਰਵਾਹ ਨਦੀ ਜਲ ਭਾਰਾ। ਕਹਿਣ ਲੱਗੇ, ਨਦੀ ਦਾ ਪ੍ਰਵਾਹ ਬੜਾ ਸੁੰਦਰ ਚੱਲ ਰਿਹਾ ਹੈ, ਪਾਣੀ ਬੜਾ ਸੁੰਦਰ ਚੱਲ ਰਿਹਾ ਹੈ। ਇਸ ਸੁੰਦਰ ਪ੍ਰਵਾਹ ਨੂੰ ਦੇਖ ਕਰਕੇ ਕੇਤਕ ਦਿਨ ਠਹਿਰੇ ਇਸ ਥਾਨ। ਗੁਰੂ ਸਾਹਿਬ ਜੀ ਨੇ ਸਾਧ ਸੰਗੀ ਕਹਿ ਵੀ ਦਿੱਤਾ, ਉਹ ਝੂਠ ਤਾਂ ਨਹੀਂ ਸੀ ਬੋਲਦੇ। ਕਹਿਣ ਲੱਗੇ, ਅਸੀਂ ਕੇਤਕ ਦਿਨ, ਥੋੜੇ ਦਿਨ ਇੱਥੇ ਠਹਿਰਾਣਾ ਹੈ, ਭਾਵ ਥੋੜਾ ਸਮਾਂ ਰਹਿ ਕਰਕੇ ਚਮਾਸਾ ਜੋ ਹੈ ਕੱਟ ਕੇ ਖੇਲੇ ਬ੍ਰਿਤੀ ਅਖੀਰ ਮਹਾਨ। ਹਾਂ, ਕਹਿਣ ਲੱਗੇ, ਇੱਥੇ ਥੋੜਾ ਚਿਰ ਰਹਿ ਕਰਕੇ ਅਸੀਂ ਸ਼ਿਕਾਰ ਖੇਡਿਆ ਕਰਾਂਗੇ, ਸੁੰਦਰਤਾ ਹੈ ਤੇ ਹਵਾ ਬੜੀ ਸੁੰਦਰ ਚੱਲਦੀ, ਉੱਚੀ ਜਗ੍ਹਾ ਹੈ। ਬਿਨ ਕਰ ਦਮ ਅਵਨੀ ਤਨ ਜਾਨਾ। ਬਿਨ ਕਰਦਮ ਕਹਿੰਦੇ ਬਿਨਾ ਗਾਰੇ ਤੋਂ, ਕਰਦਮ ਕਹਿੰਦੇ ਗਾਰੇ, ਗਾਰੇ ਤੋਂ ਬਗੈਰ ਅਵਨੀ ਨਾਲ ਧਰਤੀ ਨੂੰ ਦੇਖਣਾ ਕੀਤਾ ਹੈ। ਇਸ ਕਾਰਨ ਹਮ ਆਵਨ ਠਾਨਾ। ਹਾਂ, ਕਹਿਣਗੇ, ਇਸ ਕਾਰਨ ਅਸੀਂ ਆਏ ਹਾਂ, ਹੋਰ ਸਾਨੂੰ ਇੱਥੇ ਕੋਈ ਨਾ ਅਸੀਂ ਕਬਜ਼ਾ ਕਰਨਾ ਹੈ, ਨਾ ਇੱਥੇ ਅਸੀਂ ਕੋ ਘਰ ਬਣਾਉਣਾ ਹੈ, ਕਿ ਇਸ ਕਾਰਨ ਕਰਕੇ ਕਿ ਚਮਾਸਾ ਹੈ, ਮੀਂਹ ਪੈ ਰਿਹਾ ਹੈ, ਉੱਚੀ ਜਗ੍ਹਾ ਹੈ, ਇੱਥੇ ਗਾਰਾ ਨਹੀਂ ਹੈ, ਪਾਣੀ ਨਹੀਂ ਖੜਾ, ਇਸ ਕਰਕੇ ਅਸੀਂ ਇੱਥੇ ਟਿਕਾਣਾ ਕੀਤਾ। ਸੁਣ ਖੁਣਸਿਓ ਮਨ ਬਕਰ ਬਖਾਨੇ। ਇਹ ਸਾਧ ਸੰਗੀ ਖੁਣਸਿਆ, ਇਸ ਨੇ ਹੰਗਾਰਾ ਮਾਰਿਆ, ਹੰਗੂਰਾ ਮਾਰ ਕਰਕੇ ਇਸ ਨੇ ਖੁਣਸ ਖਾਧੀ। ਇਹ ਪਕੜ ਲਗਾ ਗੁਰੂ ਸਾਹਿਬ ਜੀ ਨੂੰ। ਭਲੇ ਅਖੀਰ ਬਿਰਤ ਕੋ ਠਾਨੇ। ਇਹਨੇ ਭਲੇ ਸ਼ਿਕਾਰ ਖੇਡਦੇ ਆ ਤੁਸੀਂ, ਭਲੇ ਦੀ ਜਨਤਾ ਨੂੰ ਮਾਰ ਰਹੇ ਹੋ। ਇਹ ਬੋਲਿਆ ਸਾਧ ਸੰਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਹਿਤ ਸ਼ਿਕਾਰ ਕੇ ਲੀਨ ਸਬਾਜ। ਕਹਿਣ ਲੱਗੇ, ਹਿਤ ਸ਼ਿਕਾਰ ਕੇ ਲੀਨ ਸਬਾਜ। ਕਹਿੰਦੇ ਸ਼ਿਕਾਰ ਖੇਡਣ ਵਾਸਤੇ ਬਾਦਸ਼ਾਹ ਦਾ ਬਾਜ ਫੜਿਆ ਸੀ ਨਾ ਤੁਸੀਂ, ਇਹ ਘੋੜੇ ਜਿਹੜੇ ਇਸ ਕਰਕੇ ਲਏ ਹੋਏ ਨਾ ਤੁਸੀਂ, ਇਹ ਤਾਨੇ ਮਾਰਨ ਲੱਗ ਪਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਕਿਤਕ ਵਿਗਾਰੇ ਆਪਣੇ ਕਾਜ। ਕਹਿੰਦੇ ਕਿੰਨੇ ਤੁਸੀਂ ਆਪਣੇ ਬਾਜ ਪਕੜ ਕਰਕੇ ਸ਼ਾਹਜਹਾਨ ਦਾ, ਆਪਣੇ ਸ਼ਾਹਜਹਾਨ ਦਾ ਬਾਜ ਪਕੜ ਕਰਕੇ ਕਿੰਨੇ ਆਪਣੇ ਵਿਗਾੜ ਲਏ ਕਾਰਜ ਤੁਸੀਂ। ਸ਼ਾਹ ਸੰਗ ਬਾਂਧਿਓ ਬੜ ਬੈਰ। ਕਹਿੰਦੇ ਬਾਜ ਪਕੜ ਕਰਕੇ ਤੁਸੀਂ ਸ਼ਾਹਜਹਾਨ ਨਾਲ ਕਿੰਨਾ ਬੈਰ ਬੰਧ ਲਿਆ, ਕਿੰਨਾ ਸਰਕਾਰ ਜਿਹੜੀ ਹੈ ਏਡੀ ਵੱਡੀ ਹੈ ਚੱਕਰਵਰਤੀ ਬਾਦਸ਼ਾਹ, ਉਹਦੇ ਨਾਲ ਤੁਸੀਂ ਬਾਜ ਪਕੜ ਕਰਕੇ ਲੜਾਈ ਝਗੜੇ ਛੇੜ ਲਏ ਹਨ। ਹੋਰ ਕਹਾਂ ਬਾਂਚਤ ਹੈ ਖੈਰ। ਹਾਂ, ਕਹਿਣ ਲੱਗੇ, ਫੇਰ ਤੁਹਾਡੀ ਹੁਣ ਖੈਰ ਕਿੱਥੇ ਹੈ? ਤੁਸੀਂ ਤਾਂ ਲੜਾਈ ਆਪਣੇ ਪਹਿਲਾਂ ਗੁਰੂ ਘਰ ਸ਼ਾਂਤੀ ਸੀ, ਤੁਸੀਂ ਆ ਕਰਕੇ ਸਰਕਾਰ ਨਾਲ ਲੜਾਈ ਸ਼ੁਰੂ ਕਰ ਲਈ, ਹੁਣ ਨਹੀਂ ਤੁਹਾਡੀ ਖੈਰ। ਇਸ ਤਰ੍ਹਾਂ ਸਾਧ ਸੰਗੀ ਬਕਾਵਾਦ ਇਹ ਕਰਨ ਲੱਗਾ। ਸਦਨ ਉਜਾਰ ਸੁਦਾ ਸਰ ਆਏ। ਕਹਿੰਦੇ ਹੁਣ ਆਪਣਾ ਘਰ ਉਜਾੜ ਕਰਕੇ ਸੁਦਾ ਸਾਰਾ ਅੰਮ੍ਰਿਤਸਰ ਨੂੰ ਉਜਾੜ ਕਰਕੇ ਹੁਣ ਇੱਧਰ ਆ ਕੇ ਬੈਠ ਗਏ। ਅਜੋ ਨਾ ਤਿਆਗੇ ਸਹਿਜ ਸੁਭਾਏ। ਕਹਿੰਦੇ ਅਜੇ ਵੀ ਨਹੀਂ ਤਿਆਗਦੇ ਆਪਣਾ ਸੁਭਾਅ ਜਿਹੜਾ ਹੈ, ਅਜੇ ਵੀ ਨਹੀਂ ਤਿਆਗਦੇ, ਸਾਰਾ ਅੰਮ੍ਰਿਤਸਰ ਉਜੜ ਗਿਆ ਹੈ, ਅਜੇ ਵੀ ਤੁਸੀਂ ਉਸ ਸੁਭਾਅ ਨੂੰ ਨਹੀਂ ਤਿਆਗਦੇ। ਇਹ ਸਾਧ ਸੰਗੀ ਜਿਹੜਾ ਨਿੰਦਕ ਹੈ, ਆਪਣੇ ਵੱਲੋਂ ਘੇੜ ਖੱਤਰੀ ਬਕਾਵਾਦ ਕਰ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਸਨਮੁਖ ਠੋਕਰ ਲਾਗੇ ਸਮਝੇ ਸਿਆਣੇ। ਕਹਿੰਦੇ ਠੋਕਰ, ਕਹਿੰਦੇ ਜਿਹੜੇ ਸਿਆਣਾ ਪੁਰਸ਼ ਹੈ ਜਦੋਂ ਠੋਕਰ ਲੱਗਦੀ ਉਹ ਸਮਝ ਜਾਂਦੇ ਹਨ। ਦੇਖੋ ਸਾਧ ਸੰਗੀ ਗੁਰੂ ਸਾਹਿਬ ਜੀ ਨੂੰ ਕੈਸੇ ਸ਼ਬਦ ਬੋਲ ਰਿਹਾ, ਕਹਿੰਦੇ ਠੋਕਰ ਲੱਗ ਗਏ ਸਮਝੇ ਸਿਆਣੇ। ਕਹਿੰਦੇ ਸਿਆਣੇ ਸਮਝ ਜਾਂਦੇ ਹਨ ਜਦੋਂ ਠੋਕਰ ਲੱਗਦੀ ਹੈ। ਕਹਿੰਦੇ ਤੈਨੂੰ ਤਾਂ ਠੋਕਰ ਹੀ ਨਹੀਂ ਲੱਗੀ,
ਤੂੰ ਤਾਂ ਹੋਰ ਕਰੀ ਜਾਂਦਾ ਕਬਜ਼ੇ ਕਰਨ ਵਾਸਤੇ। ਇਸ ਤਰ੍ਹਾਂ ਦੇ ਅਪ ਸ਼ਬਦ ਇਹ ਘੇਰੜ ਖੱਤਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੋਲ ਰਿਹਾ। ਹਾਨ ਲਾਭ ਕੋ ਸਗਲ ਪਛਾਨੇ। ਕਹਿੰਦੇ ਉਹ ਸਿਆਣੇ ਲੋਕ ਹਾਨੀ ਨੂੰ ਵੀ ਲਾਭ ਨੂੰ ਵੀ ਪਛਾਣਦੇ ਹਨ ਕਿ ਇਹਦੇ ਵਿੱਚੋਂ ਲਾਭ ਕੀ ਹੈ, ਇਹਦੇ ਵਿੱਚੋਂ ਹਾਨ ਕੀ ਹੈ, ਘਾਟਾ ਨਫਾ ਕੀ ਹੈ। ਵੱਡੇ ਗੁਰੂ ਜਗ ਭਏ ਅਗਾਰੀ। ਹਾਂ ਕਹਿਣ ਲੱਗੇ ਵੱਡੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਕ ਜਿਹੜੇ ਵੱਡੇ ਗੁਰੂ ਸਾਹਿਬ ਜੀ ਹੋਏ ਹਨ। ਸੰਤ ਸਰੂਪ ਪਰਮ ਉਪਕਾਰੀ। ਹਾਂ ਕਹਿੰਦੇ ਉਹ ਤਾਂ ਸੰਤ ਸਰੂਪ ਸਨ, ਪਰਉਪਕਾਰੀ ਸਨ। ਸ਼ਾਹ ਆਦ ਖਿਰਕਤ ਸਭ ਆਵੇ। ਹਾਂ ਕਹਿਣ ਲੱਗੇ ਸ਼ਾਹੂਕਾਰ ਅਕਬਰ ਬਾਦਸ਼ਾਹ ਵਰਗੇ, ਬਾਬਰ ਬਾਦਸ਼ਾਹ ਵਰਗੇ, ਗੁਰੂ ਨਾਨਕ ਸਾਹਿਬ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਖਿਲਕਤਾਂ ਲੈ ਕਰਕੇ, ਸਗਾਤਾਂ ਲੈ ਕਰਕੇ ਗੁਰੂ ਦਰਬਾਰ ਵਿੱਚ ਆ ਕੇ ਭੇਟਾ ਕਰਦੇ ਸਨ। ਨਿਤ ਜਿਨ ਕੋ ਸੀਸ ਝੁਕਾਵੇ। ਹਾਂ ਨੇਤਾ ਪ੍ਰਤੀ ਆ ਕਰਕੇ ਉਹਨਾਂ ਗੁਰੂ ਸਾਹਿਬਾਂ ਨੂੰ ਆ ਕਰਕੇ ਬਾਦਸ਼ਾਹ ਅਕਬਰ ਆ ਕੇ ਸੀਸ ਝੁਕਾਉਂਦਾ ਸੀ ਆਪਣਾ। ਤੁਮਨੇ ਰੀਤ ਨਿਵਾਨ ਚਲਾਨ ਹਾਂ ਕਹਿੰਦੇ ਤੈ ਤਾਂ ਨਵੀਂ ਰੀਤੀ ਸ਼ੁਰੂ ਕਰ ਦਿੱਤੀ, ਤੈ ਤਾਂ ਸਰਕਾਰ ਦੇ ਨਾਲ ਜੰਗ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਸਾਧ ਸੰਗੀ ਇਹ ਭੌਂਕਦਾ ਹੈ ਗੁਰੂ ਦਰਬਾਰ ਵਿੱਚ। ਸ਼ਾਸਤਰ ਬੰਦ ਕਰ ਧੂਮ ਉਠਾਈ। ਹਾਂ ਕਹਿਣ ਲੱਗੇ ਸ਼ਸਤਰ ਧਾਰੀ ਹੋ ਕਰਕੇ ਤੇ ਧੂਮਾਂ ਪਾ ਦਿੱਤੀਆਂ, ਧੂਮਾਂ ਪਾ ਦਿੱਤੀਆਂ। ਇਸ ਤਰ੍ਹਾਂ ਬੋਲ ਰਿਹਾ ਹੈ ਕੀ ਬਾਤ ਨਹੀਂ ਉਤਪਾਤ। ਹਾਂ ਕਹਿਣ ਲੱਗੇ ਚੰਗੀ ਗੱਲ ਨਹੀਂ, ਜਿਹੜਾ ਉਤਪਾਤ ਨਾ ਉਹ ਪੱਧਰ ਖੜਾ ਕਰ ਦਿੱਤਾ। ਕਾਟ ਫਿਰਤ ਲੋਕਨ ਕੋ ਘਾਤ। ਹਾਂ ਕਹਿਣ ਲੱਗਾ ਕਰਦਾ ਫਿਰਦਾ ਤੂੰ ਲੋਕਾਂ ਦਾ ਘਾਟ, ਲੋਕਾਂ ਦਾ ਲੜਾਈ ਕਰਕੇ ਆਪਣੇ ਬਾਦਸ਼ਾਹ ਲੋਕਾਂ ਦਾ ਘਾਤ ਕਰ ਰਿਹਾ ਹੈ, ਮਾਰ ਰਿਹਾ ਹੈ। ਗੁਰੂ ਕਹਿਓ ਹਮ ਆਪਣੇ ਬਿਗਾਰਾ। ਹਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਆਪਣਾ ਵਿਗਾੜਿਆ, ਤੈਨੂੰ ਕੀ ਤਕਲੀਫ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੋਲੇ, ਪਹਿਲਾਂ ਇਹ ਬਗਾਵਤ ਕਰ ਰਿਹਾ ਸੀ, ਹੁਣ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ ਅਸੀਂ ਆਪਣਾ ਵਿਗਾੜਿਆ, ਤੈਨੂੰ ਕੀ ਤਕਲੀਫ ਹੈ। ਕਿਉਂ ਔਰ ਮੈਂ ਸੰਕਟ ਧਾਰਾ। ਉਹ ਕਹਿਣ ਲੱਗੇ ਵਿਗੜਿਆ ਸਾਡਾ ਵਿਗੜੇ ਸਾਡਾ ਸਵਾਰ ਹੋਵੇ। ਤੇਰੇ ਮਨ ਵਿੱਚ ਕਿਤੇ ਕਿਉਂ ਸੰਕਟ ਧਾਰਿਆ ਹੋਇਆ ਹੈ, ਤੂੰ ਆਪਣੇ ਮਨ ਵਿੱਚ ਦੁਖੀ ਕਿਉਂ ਹੈ। ਵਿਗੜੇ ਕਾਰਜ ਹਮ ਦੁਖ ਹੋਏ। ਹਾਂ ਕਹਿਣ ਲੱਗੇ ਜੇ ਸਾਡਾ ਕਾਰਜ ਵਿਗੜੇ ਸਾਨੂੰ ਅਸੀਂ ਦੁਖੀ ਹੋਣਾ ਚਾਹੀਦਾ। ਕਾਰਜ ਸਾਡਾ ਵਿਗੜਿਆ, ਦੁਖੀ ਤੂੰ ਹੋਇਆ ਫਿਰਦਾ ਹੈ। ਕਾਰਜ ਸਾਡਾ ਵਿਗੜਿਆ, ਜੰਗ ਅਸੀਂ ਕਰਿਆ, ਸਿੰਘ ਸਾਡੇ ਸ਼ਹੀਦ ਹੋਏ ਜਾਂ ਉਹਨਾਂ ਦੇ ਹੋਏ, ਤੈਨੂੰ ਕੀ ਤਕਲੀਫ ਹੈ। ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਪਰਿਓ ਤੋਹੇ ਸਮ ਕੇ ਸਿਰ ਸੋਏ। ਹਾਂ ਕਹਿਣ ਲੱਗੇ ਤੋ ਪਰਿਓ ਤੋਹੇ ਸਮ ਕੇ ਸਿਰ ਸੋਏ। ਕਹਿੰਦੇ ਤੈਨੂੰ ਕੀ, ਤੇਰੇ ਸਿਰ ਤੇ ਕਿਉਂ ਵਿਪਤਾ ਪੈ ਗਈ ਹੈ। ਜੇ ਨਿੰਦਕ ਹੈ ਹਮਾਰੇ। ਹਾਂ ਕਹਿੰਦੇ ਜਿਹੜੇ ਵੀ ਨਿੰਦਕ ਹਨ ਸਾਡੇ, ਦਿਨ ਪ੍ਰਤ ਦੁਖ ਵਿਸਾਰ ਤਨ ਧਾਰੇ। ਹਾਂ ਕਹਿੰਦੇ ਉਹਨਾਂ ਦਿਨ ਪ੍ਰਤੀ ਦਿਨ ਉਹਨਾਂ ਨੇ ਬੜਾ ਭਾਰੀ ਦੁਖੀ ਹੋ ਰਹੇ ਹਨ, ਜਿਹੜੇ ਨਿੰਦਕ ਹਨ ਗੁਰੂ ਘਰ ਦੇ। ਗੁਰ ਘਰ ਕੋ ਨਿਤ ਸੁਧਰੇ ਕਾਜ। ਹਾਂ ਕਹਿਣ ਲੱਗੇ ਗੁਰੂ ਘਰ ਦੇ ਤਾਂ ਨਿਤਾ ਪ੍ਰਤੀ ਕਾਰਜ ਸੁਧਰ ਰਹੇ ਹਨ, ਕਿਉਂਕਿ ਸਤਿਗੁਰੂ ਜੀ ਪਾਤਸ਼ਾਹ ਸਾਧ ਸੰਗਤ ਬਹੁਤ ਉਹਦਾ ਵੱਡ ਪਰਉਪਕਾਰੀ। ਉਹਨਾਂ ਚੱਲੀ ਪੀੜੀ ਸੋਢੀਆਂ ਰੂਪ ਪਟਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ। ਐਸੇ ਸਤਿਗੁਰੂ ਜੀ ਪਾਤਸ਼ਾਹ ਕਹਿ ਰਹੇ ਹੋ ਘੇਰੜ ਗੁਰੂ ਘਰ ਦੇ ਦਾ ਕਾਰਜ ਸੁਧਰ ਰਹੇ ਹਨ, ਤੂੰ ਕਹਿੰਦਾ ਵਿਗੜ ਰਹੇ ਹਨ। ਤੁਰਕਨ ਛੀਨ ਲਹਿਗੇ ਰਾਜ। ਹਾਂ ਕਹਿਣ ਲੱਗੇ ਤੁਰਕਾਂ ਨੂੰ ਖਤਮ ਕਰਕੇ ਛੀਨ ਲਵਾਂਗੇ ਰਾਜ, ਇਹ ਰਾਜ ਉਹਨਾਂ ਤੋਂ ਖੋਹ ਲਵਾਂਗੇ। ਗੁਰ ਕੋ ਤੌਰ ਹੇਰ ਵਿਦਵਾਰ। ਹਾਂ ਕਹਿਣ ਲੱਗੇ ਗੁਰ ਕੇ ਤੌਰ, ਗੁਰੂ ਸਾਹਿਬ ਦਾ ਸਾਧ ਸੰਗਤ ਤੌਰ ਤਰੀਕਾ ਦੇ ਕਰਕੇ ਗਮਨਿਓ ਪਹੁੰਚਿਓ ਨਿਜ ਠੌਰ। ਕਹਿਣ ਲੱਗੇ ਉੱਠ ਕੇ ਇਸ ਨੇ ਜਦੋਂ ਗੁਰੂ ਸਾਹਿਬ ਨੇ ਸਾਧ ਸੰਗਤ ਦੋ ਬਾਤਾਂ ਸੁਣਾਈਆਂ ਇਸੀਆਂ ਤਾਂ ਉੱਥੋਂ ਉੱਠ ਕੇ ਤੁਰਦਾ ਬਣਿਆ ਉਹ। ਤੇ ਗੁਰੂ ਸਾਹਿਬ ਕਿਤੇ ਹੁਣੇ ਨਾ ਮੇਰਾ ਕਲਿਆ ਕਲੇਸ਼ ਨਵੇੜ ਦੇਣ। ਹਾਨ ਪਾਨ ਸਤਿਗੁਰ ਕਰਵਾਏ। ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਸਾਰੇ ਜਿਤਨੇ ਵੀ ਫੌਜ ਸੀ, ਜਿਤਨੇ ਵੀ ਸਿੰਘ ਸੀ, ਸਾਰਿਆਂ ਨੂੰ ਖਾਣਾ ਪੀਣਾ ਛਕਾਉਣਾ ਕੀਤਾ, ਭੋਜਨ ਸੋਟਨ ਸਹਿਤ ਅਚੇ ਮਨ ਭਾਏ। ਹਾਂ ਸਾਰਿਆਂ ਨੇ ਸੁਖਨਾਮ ਸੂਰਮਿਆਂ ਦੇ ਸਮੇਤ ਸਾਧ ਸੰਗੀ ਲੰਗਰ ਛਕਣਾ ਕੀਤਾ, ਮਨ ਭਾਉਂਦਾ। ਵਿਧੀ ਚੰਦ ਸੋ ਭੋਜਨ ਕਰਿਓ। ਉਸ ਵੇਲੇ ਬਾਬਾ ਵਿਧੀ ਚੰਦ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਕਹਿਣ ਲੱਗੇ ਆਮਨੀ ਕੋਏ ਥਾਨ ਨਿਹਰਿਓ। ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ ਵਿਧੀ ਚੰਦ ਇਹ ਜਗ੍ਹਾ ਬੜੀ ਸੁੰਦਰ ਹੈ, ਬੜੀ ਰਮਣੀਕ ਜਗ੍ਹਾ ਹੈ, ਵਿਆਸ ਦਰਿਆ ਦੇ ਕਿਨਾਰੇ ਹੈ, ਉੱਚੀ ਜਗ੍ਹਾ ਹੈ, ਇਹ ਬਹੁਤ ਸੁੰਦਰ ਹੈ। ਇੱਥੇ ਆਪਾਂ ਜੋ ਨਗਰ ਵਸਾਉਣਾ ਕਰੀਏ। ਤੀਰ ਵਿਪਾਸਾ ਨਗਰ ਵਸਾਵੇ। ਹਾਂ ਕਹਿੰਦੇ ਤੀਰ ਵਿਪਾਸਾ ਕੰਢੇ ਵਿਆਸ ਦੇ ਕੰਢੇ ਇੱਥੇ ਨਗਰ ਵਸਾਉਣਾ ਕਰੀਏ। ਸਦਾ ਚਮਾਸਾ ਇਹ ਬਿਤਾਵੇ। ਹਾਂ ਸਦਾ ਹੀ ਇੱਥੇ ਨਗਰ ਵਸਾ ਕਰਕੇ ਇੱਥੇ ਚਮਾਸਾ ਜਿਹੜੇ 4 ਮਹੀਨੇ ਹਨ ਬਰਸਾਤ ਦੇ,
ਉਹ ਇੱਥੇ ਬਤੀਤ ਕਰਨਾ ਕਰੀਏ। हाथ जोड़ते सुनत बखाना, ਉਸ ਵੇਲੇ ਹੱਥ ਜੋੜ ਕਰਕੇ ਬਾਬਾ ਬਿਧੀ ਚੰਦ ਜੀ ਬੋਲੇ, श्री जग गुर तुमरे सब खाना। ਇਹ ਸਤਿਗੁਰੂ ਜੀ ਪਾਤਸ਼ਾਹ ਸਾਰੀ ਜਗ੍ਹਾ ਸਗਲੀ ਧਰਤੀ ਸਾਧ ਕੀ ਤਸਕਰ ਬੈਠੇ ਆਏ, ਕਹਿੰਦੇ ਸਾਰੀ ਜਗ੍ਹਾ ਤੁਹਾਡੀ ਹੈ, ਜਿੱਥੇ ਤੁਸੀਂ ਬੈਠੋ, ਜਿੱਥੇ ਚਾਹੋ ਉੱਥੇ ਤੁਸੀਂ ਬੈਠਣਾ ਕਰੋ। होए प्रसन्नता रावर केरी, ਹਾਂ ਕਹਿਣ ਲੱਗੇ ਜੇ ਤੁਹਾਡੀ ਪ੍ਰਸੰਨਤਾ ਹੈ ਇਸ ਜਗ੍ਹਾ ਦੇ ਉੱਤੇ, परा लब्ध तह नरम कनेरी। ਹਾਂ ਕਹਿੰਦੇ ਇੱਥੇ ਪਰਾਰਬਧ ਬਹੁਤਿਆਂ ਦੀ ਹੋਵੇਗੀ, ਕਿਉਂ ਇੱਥੇ ਨਗਰ ਵਸੇਗਾ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਨੇ ਕਰਤਾਰਪੁਰ ਨਗਰ ਵਸਾਉਣਾ ਕੀਤਾ, ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਸਾਧ ਸੰਗੀ ਗੋਇੰਦਵਾਲ ਸਾਹਿਬ ਨਗਰ ਵਸਾਉਣਾ ਕੀਤਾ, ਜਿੱਥੇ ਗੋਇੰਦਵਾਲ ਸਾਹਿਬ ਨੂੰ ਇਹ ਬਚਨ ਕੀਤਾ, गुरु मुख दे गुरु सुख पायो, होती जो प्यास पीयूष पंथ की पंच सिद्ध को विद मिलायो, पूर्ण कोमन ठौर वसुरस भाषण सो दैन आयो, गोविंद बाल गोविंदपुरी समजन तीर विपास बनायो, गयो दुख दूर दूर बरखन को सो गुरु मुख दे गुरु सुख पायो। गुरु रामदास जी पातशाह ने साध संगी श्री अमृतसर साहब सोना किया, धन गुरु अर्जन साहब जी पातशाह ने तरनताਰਨ साहब ते दुआबे वाला करतारपुर सोना किया। हे सतगुरु गरीब निवास जी पातशाह, ਜੇ ਤੁਸੀਂ ਇਸ ਨਗਰ ਨੂੰ ਵਸਾਓਗੇ ਤਾਂ ਬਹੁਤਿਆਂ ਜੀਆਂ ਦੀ ਇੱਥੇ ਪਰਾਰਬਧ ਪੈਦਾ ਹੋਵੇਗੀ, ਬਹੁਤੇ ਜੀ ਇੱਥੇ ਕਿਰਤ ਕਰਨਗੇ। श्री मुख कहो देर न काई, ਹਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਵਾਏਮਾਨ ਮੁਖ ਤੋਂ ਕਹਿਣ ਲੱਗੇ ਇਹ ਦੇਰੀ ਨਹੀਂ ਹੈ। होत प्रांत देव टक ਹਾਂ लगाई, ਕਹਿਣ ਲੱਗੇ ਅੰਮ੍ਰਿਤ ਵੇਲੇ ਇੱਥੇ ਟੱਕ ਲਗਾਣਾ ਕਰੋ ਇਸ ਨਗਰ ਦਾ। हो नर करे शिकर होए जाए, ਹਾਂ ਕਹਿੰਦੇ ਬਹੁਤੇ ਨਰ ਜਾ ਕਰਕੇ ਇਸ ਟੱਕ ਲਗਾ ਕਰਕੇ ਇਸ ਨਗਰ ਨੂੰ ਵਸਾਉਣੇ ਵਾਸਤੇ ਬਹੁਤੇ ਜਿਹੜੇ ਮਜ਼ਦੂਰ ਹਨ ਲਾ ਦਿਓ। प्रथम कोट को दियो चिन्हवाए, ਪ੍ਰਥਮ ਕੋਟ ਨਾਮ ਕਿਲੇ ਦੀ ਕੰਧ ਚੁਣਾਣਾ ਕਰੋ ਇਸ ਨਗਰ ਦੀ। हेम मसलत कर निसमह सोए, ਇਸ ਤਰ੍ਹਾਂ ਮਸਲਤ ਨਾਮ ਸਲਾਹ ਕਰਕੇ ਸਾਧ ਸੰਗੀ ਰਾਤਰੀ ਨੂੰ ਸੋਣਾ ਕੀਤਾ, ਸਾਰਿਆਂ ਨੇ ਵਿਸਰਾਮ ਕੀਤਾ। जागत भय समो निज जोए, ਹਾਂ ਜਦੋਂ ਜਾਗੇ ਅੰਮ੍ਰਿਤ ਵੇਲਾ ਸਾਧ ਸੰਗੀ ਹੋਇਆ, ਸਾਰੇ ਜਾਗੇ। सोच स्नान ध्यान पठ बानी, ਹਾਂ ਸੌਚ ਇਸ਼ਨਾਨ ਸਾਧ ਸੰਗੀ ਸੌਚ ਕਿਰਿਆ ਨਾਮ ਹੁੰਦਾ, ਬਾਹਰ ਅੰਦਰ ਜੰਗਲ ਪਾਣੀ ਜਾਣਾ ਸੌਚ ਕਿਰਿਆ ਉਹਨੂੰ ਕਹਿੰਦੇ ਨੇ। ਉਹਦੇ ਬਾਅਦ ਸਾਰਿਆਂ ਨੇ ਇਸ਼ਨਾਨ ਕਰਨਾ ਕੀਤਾ। दिन पर उदयो तिमिर गन हानि, ਇਸ਼ਨਾਨ ਕਰਨ ਤੋਂ ਬਾਅਦ ਧਿਆਨ ਵਿੱਚ ਸਤਿਗੁਰੂ ਜੀ ਪਾਤਸ਼ਾਹ ਹੋਏ ਤੇ ਬਾਣੀ ਪੜ੍ਹੀ। ਜਦੋਂ ਦਿਨਕਾਰ ਜਦੋਂ ਸੂਰਜ ਚੜ੍ਹਿਆ ਉਸ ਵੇਲੇ ਤਿਮਰ ਜਿਹੜਾ ਸੀ ਹਨੇਰਾ ਖਤਮ ਹੋਇਆ। कित प्रसाद मंगवायो पास, ਹਾਂ ਕਿੰਨਾ ਕੁ ਪ੍ਰਸ਼ਾਦ ਸਤਿਗੁਰੂ ਜੀ ਪਾਤਸ਼ਾਹ ਨੇ ਮੰਗਵਾਉਣਾ ਕੀਤਾ, ਮਿਸ਼ਟਾਨ ਆਦਿ ਮੰਗਵਾਉਣਾ ਕੀਤਾ। खड़े होए ठानी ਧੰਨ अरदास, ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਖੜੇ ਹੋ ਕਰਕੇ ਅਰਦਾਸ ਕੀਤੀ। श्री नानक श्री अंगद गुरु, ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਦਾ ਸਾਧ ਸੰਗੀ ਨਾਮ ਲਿਆ ਤੇ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਲੈਣਾ ਕੀਤਾ ਅਰਦਾਸ ਵਿੱਚ। श्री गुरु अमर कामना पुर, ਹਾਂ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਗੁਰੂ ਅਮਰਦਾਸ ਜੀ ਕਾਮਨਾ ਪੂਰੀ ਕਰੋ। श्री गुरु रामदास सुखरास, हे ਸੁਖਾਂ ਦੀ ਰਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਰਹਿਮਤ ਕਰੋ। श्री अर्जन सिख पुरवत आस, हे ਸ੍ਰੀ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਆਪਣੇ ਸਿੱਖਾਂ ਦੀ ਜਿਹੜੀ ਆਸ ਹੈ ਪੂਰੀ ਕਰੋ। श्री हर गोविंद जी सथाना, ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਉਸ ਸਥਾਨ ਦੇ ਉੱਤੇ ਖੜ ਕੇ ਪ੍ਰੇਮੀ ਜਨੋ चंद बसायो नगर महाना, ਇਹ ਸਤਿਗੁਰੂ ਜੀ ਪਾਤਸ਼ਾਹ ਸੀ ਇਸ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਇੱਥੇ ਨਗਰ ਵਸਾਉਣਾ ਚਾਹੁੰਦੇ अंग ਹਾਂ। संग ने नित बनो सहाय, ਇਹ ਸਤਿਗੁਰੂ ਜੀ ਪਾਤਸ਼ਾਹ ਅੰਗ ਸੰਗ ਹੋ ਕਰਕੇ ਸਾਡੀ ਸਹਾਇਤਾ ਕਰੋ। सर्व कला समरथ सुविधाय, ਤੁਸੀਂ ਸਾਰੀ ਕਲਾ ਸਮਰੱਥ ਹੋ, ਤੁਸੀਂ ਸੁੱਖਾਂ ਦੇ ਦਾਤੇ ਹੋ। कृपा आपकी कार्य सारे, ਇਹ ਸਤਿਗੁਰੂ ਜੀ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਕਾਰਜ ਸੁਧ ਹੋਵੇਗਾ। दासन पास सदा रखवारे, ਤੁਸੀਂ ਦਾਸਾਂ ਦੀ ਰੱਖਿਆ ਕਰਨ ਵਾਲੇ ਹੋ ਸਦਾ ਹੀ। तिम कै सब हिन शीस निवायो, ਇਸ ਤਰ੍ਹਾਂ ਕਹਿ ਕਰਕੇ ਅਰਦਾਸ ਕੀਤੀ, ਸਾਰਿਆਂ ਨੇ ਸੀਸ ਨਿਵਾਉਣਾ ਕੀਤਾ, ਨਤਮਸਤਕ ਹੋਏ। ये प्रसाद धाम वरतायो, ਇਸ ਤਰ੍ਹਾਂ ਸਾਧ ਸਾਡੀ ਕਹਿ ਕਰਕੇ ਸਾਰੀ ਸੰਗਤ ਨੂੰ ਪ੍ਰਸ਼ਾਦ ਵਰਤਾਉਣਾ ਕੀਤਾ, ਕੜਾ ਪ੍ਰਸ਼ਾਦ। दुंदुभ चोग ओजते हनी, ਹਾਂ ਉਸ ਵੇਲੇ ਦੁੰਦਮ ਨਾਮਕ ਨਗਾਰਿਆਂ ਦੇ ਉੱਤੇ ਸਾਧ ਸੰਗਤ ਦੋਹਰੀ ਚੋਗ ਵੱਜਣਾ ਕੀਤੀ। विजय सनी उपजी धुन घनी, ਹਾਂ ਕਹਿੰਦੇ ਵਿਜੈ ਸਨੀ, ਕਹਿੰਦੇ ਜਿਸ ਤਰ੍ਹਾਂ ਭਈ ਜੀਤ ਮੇਰੀ ਕਿਰਪਾ ਕਿਰਪਾ ਕਾਲ ਤੇਰੀ, ਇਸ ਤਰ੍ਹਾਂ ਸਾਧ ਸੰਗਤ ਧੁਨੀ ਵਿੱਚੋਂ ਆਵਾਜ਼ ਆਈ। तब आप श्री गुरु लगायो, ਉਸ ਵੇਲੇ ਪਹਿਲਾ ਟੱਕ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਇਸ ਨਗਰ ਦਾ ਲਾਉਣਾ ਕੀਤਾ। नगर कोट की जय फरमायो, ਹਾਂ ਕਹਿੰਦੇ ਨਗਰ ਕੋਟ ਕੀ ਜੈ ਫਰਮਾਇਓ, ਕਹਿਣ ਲੱਗੇ ਜੋ ਨਗਰ ਹੈ ਇਸ ਦੀ ਜਿਹੜਾ ਕੋਟ ਕਿਲਾ ਹੈ ਕੰਧ ਉਹ ਬਣਾਉਣਾ ਕਰੋ। वृंद मेहनती दय लगाई, ਹਾਂ ਬ੍ਰਿੰਦ ਮਿਹਨਤੀ ਸਾਧ ਸੰਗਤ, ਇਹ ਨਹੀਂ ਸਤਿਗੁਰੂ ਜੀ ਪਾਤਸ਼ਾਹ ਮੁਕਤ ਕੋਰੇ ਸਨ,
ਉਹਨਾਂ ਨੇ ਮਿਹਨਤੀ ਲਗਾਏ, ਜਿਹੜੇ ਮਜ਼ਦੂਰੀ ਲੈਣ ਵਾਲੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਮ ਨੂੰ ਭਾਈ ਜੇਠਾ ਸਾਧ ਸੰਗਤ ਜੀ ਮਜ਼ਦੂਰਾਂ ਨੂੰ ਪੈਸੇ ਵੰਡ ਦੇਣੇ ਉਸੇ ਵੇਲੇ। ਅਨਕ ਸ਼ੀਗਰ ਕਰ ਗੁਰਨ ਦਿਖਾਏ, ਅਨਕ ਸ਼ੀਗਰਤਾ ਦੇ ਨਾਲ ਸਾਧ ਸੰਗਤ ਜੀ ਜਿੰਨੇ ਮਜ਼ਦੂਰ ਸਨ ਉਹਨਾਂ ਨੇ ਇੱਕਦਮ ਭੈ ਪ੍ਰਸੰਨ ਹੇਰ ਕਰ ਸਰਬ, ਇਸ ਤਰ੍ਹਾਂ ਸਾਰੇ ਦੇਖ ਕਰਕੇ ਪ੍ਰਸੰਨ ਹੋ ਰਹੇ ਹਨ। ਬਖਸ਼ਿਓ ਤਾਤ ਕਾਲ ਗਨ ਦਰਬ, ਕਹਿੰਦੇ ਬਖਸ਼ ਦਿੰਦੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਇਹ ਨਹੀਂ ਕਿ ਸਤਿਗੁਰੂ ਕੇ ਪਾਤਸ਼ਾਹ ਨੇ ਜਿਹੜੇ ਮਜ਼ਦੂਰ ਲੱਗੇ ਹੋਏ ਹਨ ਇੱਕਦਮ ਧਰਮ ਨਾਮ ਧੰਨ ਉਹਨਾਂ ਨੂੰ ਬਖਸ਼ਿਸ਼ਾਂ ਕਰ ਰਹੇ ਹਨ। ਬਹੁ ਗ੍ਰਾਮਨ ਕੀ ਨਾਲ ਬੁਲਵਾਏ, ਬਹੁਤੇ ਸਾਧ ਸੰਗਤ ਜਿਹੜੇ ਮਜ਼ਦੂਰ ਸਨ, ਰਾਜ ਮਿਸਤਰੀ ਸਨ, ਬਹੁਤੇ ਪਿੰਡਾਂ ਤੋਂ ਮੰਗਵਾਉਣਾ ਕੀਤੇ। ਜਈ ਤਿਹਾਰੀ ਕਾਰ ਲਗਾਏ, ਉਹਨਾਂ ਨੂੰ ਦਿਹਾੜੀ ਤੇ ਲਾ ਕਰਕੇ ਸਾਰਿਆਂ ਨੂੰ ਕਾਰ ਲਾ ਦਿੱਤਾ। ਸੁਧ ਸੁਣ ਘੇਰਣ ਖਤਰੀ ਮੰਦ, ਉਸ ਵੇਲੇ ਜਿਹੜਾ ਮੰਦ ਬੁੱਧੀ ਵਾਲਾ ਖੱਤਰੀ ਘੇਰਣ ਖੱਤਰੀ ਹੈ, ਜਦੋਂ ਇਹਨੂੰ ਪਤਾ ਲੱਗਿਆ ਚਿਤ ਮੈਂ ਚਿੰਤਾ ਵਧੀ ਬਿਲੰਦ, ਇਹਦੇ ਮਨ ਵਿੱਚ ਸਾਧ ਸੰਗਤ ਦੀ ਬੜੀ ਭਾਰੀ ਚਿੰਤਾ ਵੱਧ ਗਈ। ਭੂਮ ਦਬਾਏ ਲੀਨ ਸਭ ਮੇਰੀ, ਇਹਦੇ ਮਨ ਵਿੱਚ ਚਿੰਤਾ ਹੋ ਗਈ ਕਿ ਮੇਰੀ ਭੂਮੀ ਜਿਹੜੀ ਸੀ ਜਿਹਦੇ ਉੱਤੇ ਮੇਰੀ ਮਲਕੀਅਤ ਮੈਂ ਆਪਣੇ ਆਪ ਨੂੰ ਕਹਿੰਦਾ ਸੀ ਇਹ ਤਾਂ ਦੱਬ ਲਈ ਹੈ। ਸੀਨੇ ਚੋਰੀ ਕਰਤ ਕਨੇਰੀ, ਕਹਿੰਦੇ ਇਹ ਤਾਂ ਸੀਨੇ ਚੋਰੀ ਹੋਈ। ਆਪਣੇ ਮਨ ਵਿੱਚ ਸਾਧ ਸੰਗਤ ਸੁੱਤਾ ਪਿਆ ਚਿੰਤਾ ਦੇ ਸਹਿਤ ਸੋਚ ਰਿਹਾ, ਪਿਆਸ ਨੇ ਮਨ ਮੇ ਅਬ ਠਾਨੀ, ਕਹਿੰਦੇ ਇਸਨੇ ਆਪਣੇ ਮਨ ਵਿੱਚ ਧਾਰ ਲਈ ਹੈ। ਇਸकी ਸ਼ੰਕਾ ਤਨਕ ਨ ਮਾਨੀ, ਕਹਿੰਦੇ ਕਿਸੇ ਦੀ ਵੀ ਸ਼ੰਕਾ ਨੇ ਇਸਨੇ ਤਨਕ ਮਾਤਰ ਨਹੀਂ ਮੰਨਣਾ ਕੀਤੀ। ਲਾਏ ਇਕੱਠੇ ਕਰ ਬੂਝਣ ਲੱਗਾ, ਉਸ ਵੇਲੇ ਸਾਧ ਸੰਗਤ ਇਹ ਪਿੰਡ ਵਿੱਚ ਫਿਰ ਲੱਗ ਪਿਆ। ਪਿੰਡ ਵਿੱਚ ਫਿਰਦਾ ਫਿਰਦਾ ਜਿਹੜੇ ਲੋਕ ਹਨ ਉਹਨਾਂ ਨੂੰ ਇਕੱਠੇ ਕਰਕੇ ਆਪਣੇ ਨਾਲ ਤੋਰਨ ਲੱਗਾ ਕਿ ਆਓ ਗੁਰੂ ਪੰਜਵੇਂ ਪਾਤਸ਼ਾਹ ਦਾ ਜਿਹੜਾ ਪੁੱਤਰ ਹੈ ਹਰਗੋਬਿੰਦ ਸਾਹਿਬ ਉਸਨੇ ਮੱਲੋ ਮੱਲੀ ਆ ਕੇ ਕਬਜ਼ਾ ਕਰ ਲਿਆ, ਆਓ ਹੁਣੇ ਉਹਨਾਂ ਨੂੰ ਠਾ ਦਈਏ, ਨਹੀਂ ਤਾਂ ਫਿਰ ਸਾਰੇ ਪਿੰਡ ਦੇ ਉੱਤੇ ਕਬਜ਼ਾ ਕਰ ਲੈਣਗੇ। ਇਹ ਸਾਰੇ ਪਿੰਡ ਦੇ ਜਿਹੜੇ ਲੋਕ ਸਨ ਇਹਦੇ ਨਾਲ ਦੇ ਉਹਨਾਂ ਨੂੰ ਇਕੱਠੇ ਕਰਨ ਲੱਗਾ। ਇੱਕ ਸਿਰਾ ਸੁਰ ਕਹਿ ਜਾਗਾ, ਕਹਿਣ ਲੱਗੇ ਹੁਣੇ ਇਹ ਹੁਣ ਮੌਕਾ ਹੈ ਇਹਦਾ ਘੇਰਣ ਖੱਤਰੀ ਕਿ ਇਹ ਹੁਣੇ ਜਾਗੋ, ਤੁਸੀਂ ਜਾ ਕਰਕੇ ਉਹਨੂੰ ਹੁਣੇ ਠਾਈਏ ਇੱਥੋਂ। ਮੈਂ ਤੁਮੇ ਬੂਝ ਨਾ ਲੀ, ਕਹਿੰਦੇ ਨਾ ਮੈਨੂੰ ਪੁੱਛਿਆ ਨਾ ਤੁਹਾਨੂੰ ਪੁੱਛਿਆ, ਨੂੰ ਚੱਕਣ ਲੱਗ ਪਿਆ ਜਾ ਕਰਕੇ ਪਿੰਡ ਦੇ ਲੋਕਾਂ ਨੂੰ। ਇਸ ਕੋ ਕਿਸ ਵਿਦ ਕੁਛ ਨਾ ਦੀ, ਹਾਂ ਕਹਿੰਦੇ ਕਿਸੇ ਨੂੰ ਕਿਸੇ ਵਿਧੀ ਕਰਕੇ ਨਹੀਂ ਪੁੱਛਣਾ ਕੀਤਾ, ਨਾ ਕੋਈ ਦਿੱਤਾ ਲਿਆ। ਸੁਣ ਕੇ ਲੋਕਨ ਬਾਗ ਬਖਾਨੋ, ਉਸ ਵੇਲੇ ਸੁਣ ਕਰਕੇ ਲੋਕਾਂ ਨੂੰ ਇਹ ਕਹਿ ਰਿਹਾ ਹੈ ਇਹ ਗੁਰ ਜਾਣੇ ਕਹਿ ਤੁਮ ਜਾਣੋ। ਹਾਂ ਲੋਕ ਜਿਹੜੇ ਸਾਧ ਸੰਗਤ ਕਹਿਣ ਲੱਗੇ ਜਾਂ ਤਾਂ ਗੁਰੂ ਜਾਣੇ ਜਾਂ ਤੂੰ ਜਾਣ, ਕੋਈ ਨਹੀਂ ਇਹਦੇ ਨਾਲ ਸਾਧ ਸੰਗਤ ਤੁਰਿਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਕੱਲ ਦੇ ਪ੍ਰਸੰਗ ਵਿੱਚ ਇਹਦੇ ਨਾਲ ਜੋ ਬੀਤਦੀ ਹੈ ਉਹ ਸਾਧ ਸੰਗਤ ਕੱਲ ਨੂੰ ਆਵੇਗਾ ਕਿ ਇਹਦਾ ਕਿਸ ਤਰ੍ਹਾਂ ਸਾਧ ਸੰਗਤ ਸਿੰਘ ਹਨ ਕਿੱਦਾਂ ਰਗੜਾ ਚਾੜਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਅੱਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਇੱਥੇ ਸਾਧ ਸੰਗਤ ਵਿਸਰਾਮ ਦਿੰਦੇ ਹਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। आओ आखिरी पंक्ति पढ़ के समाप्ति करिए। सुन के लोकन बाग बखानो, ए गुर जाने कह तुम जानो। हे अच्युत हे पार ब्रह्म अविनाशी अगनाश, हे पूर्ण हे सर्वमय दुख भंजन गुणतास, हे संगी हे निरंकार हे निर्गुण सब टेक, हे गोविंद हे गुण निधान जागै सदा विवेक, हे अपरंपर हरा रे है पी हो बनहार, हे संत है कै सदा संग ले धारा आधार, हे ठाकर हों दसरो मैं निर्गुण गुण कोय, नानक दीजै नाम दान राखो यह प्रोय, आए प्रभु शरणागति कृपा निध दयाल, एक अखरार मन वस्त नानक होत निहाल, वाहिगुरु नाम जहाज है चढ़े सोतरे पार, जो श्रद्धा कर सेम दे गुर पार उतारन हार, जो श्रद्धा कर सेम दे गुर पार उतारन हार। वाहिगुरु जी का खालसा, वाहिगुरु।